ਅਹਿਮ ਏਜੰਡਾ ਸੀ ਉਹ ਪੰਜਾਬ ਦੀ ਜਿਹੜੀ ਤਨਖਾਹ ਕਮਿਸ਼ਨ ਹੈ 6ਵੀਂ ਤਨਖਾਹ ਕਮਿਸ਼ਨ ਉਹਦੀਆਂ ਜਿਹੜੀਆਂ ਸਿਫਾਰਸ਼ਾਤ ਹੈ ਉਹ ਕੈਬਨਿਟ ਨੇ ਮਨਜ਼ੂਰ ਕਰ ਲਈਆਂ ਔਰ ਤੁਹਾਡੇ ਸੁਣਨ ਵਾਲਿਆਂ ਨੂੰ ਜਿਨ੍ਹਾਂ ਨੂੰ ਸ਼ਾਇਦ ਇਹਦੇ 'ਚ ਦਿਲਚਸਪੀ ਘੱਟ ਹੋਵੇ ਕਿ ਜਿਹੜੀ ਤਨਖਾਹ ਕਮਿਸ਼ਨ ਹੈ ਇੱਕ ਸਾਲਸ ਹੁੰਦਾ ਸਰਕਾਰ ਤੇ ਮੁਲਾਜ਼ਮਾਂ ਦੇ ਦਰਮਿਆਨ ਔਰ ਇਹ 10 ਸਾਲ ਮੁਲਾਜ਼ਮਾਂ ਨੂੰ ਕੀ ਤਨਖਾਹ ਮਿਲਣੀ ਹੈ ਕੀ ਉਹਨਾਂ ਨੂੰ ਭੱਤੇ ਮਿਲਣੇ ਆ ਔਰ ਜਿਹੜੇ ਪੈਨਸ਼ਨਰਸ ਹੁੰਦੇ ਆ ਸਰਕਾਰ ਦੇ ਉਹਨਾਂ ਨੂੰ ਪੈਨਸ਼ਨ ਕਿੰਨੀ ਮਿਲਣੀ ਹੈ ਤੇ ਜੇ ਇਹ ਸਾਰੀ ਜਿਹੜੀ ਹੈ ਇਸ ਤਨਖਾਹ ਕਮਿਸ਼ਨ ਨੇ ਫੈਸਲਾ ਕਰਨਾ ਹੁੰਦਾ ਮੈਂ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਦੱਸਦਾ ਚੱਲਾਂ ਕਿ ਤਕਰੀਬਨ ਕਮੋ ਪੇਸ਼ ਪੰਜਾਬ ਦੇ ਵਿੱਚ 2,84,000 ਸਰਕਾਰੀ ਮੁਲਾਜ਼ਮ ਹੈ ਤੇ 3,07,000 ਪੈਨਸ਼ਨਰਸ ਨੇ ਤਾਂ ਇਹ ਥੋੜਾ ਮੈਂ ਗੌਰ ਦਿਵਾਉਣਾ ਚਾਹਾਂਗਾ ਕਿ ਮੁਲਾਜ਼ਮਾਂ ਨਾਲੋਂ ਪੈਨਸ਼ਨਰਸ ਦੀ ਜਿਹੜੀ ਗਿਣਤੀ ਹੈ ਇਹ ਜ਼ਿਆਦਾ ਹੈ ਔਰ ਜਿਹੜੀਆਂ ਸਿਫਾਰਸ਼ਾਤ ਸੀਗੀਆਂ ਪੇ ਕਮਿਸ਼ਨ ਦੀਆਂ ਉਹ ਪੰਜਾਬ ਸਰਕਾਰ ਨੇ 1 ਜਨਵਰੀ 2016 ਤੋਂ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਡੇਟ ਆਫ ਇੰਪਲੀਮੈਂਟੇਸ਼ਨ ਹੈ ਇਹ 2016 1 ਜਨਵਰੀ ਤੋਂ ਇਹ ਮੰਨ ਲਈਆਂ ਗਈਆਂ ਔਰ ਇਹ 1 ਜੁਲਾਈ 2021 ਤੋਂ ਇਹ ਲਾਗੂ ਹੋ ਜਾਣਗੀਆਂ ਜੀ ਮੈਨੂੰ ਪਹਿਲਾਂ ਬੋਲ ਲੈਣ ਦਿਓ ਸੋ ਮੇਰਾ ਕਹਿਣ ਦਾ ਔਰ ਜੋ ਪੇ ਕਮਿਸ਼ਨ ਨੇ ਜੋ ਸਿਫਾਰਿਸ਼ ਕੀਤੀ ਹੈ ਕਿ ਜੋ 5ਵੀਂ ਪੇ ਕਮਿਸ਼ਨ ਸੀ ਜੋ ਇਸ ਤੋਂ ਗੁਜ਼ਸ਼ਤਾ ਜਿਹੜੀ ਪੇ ਕਮਿਸ਼ਨ ਸੀ ਉਹਨੂੰ 2.59 ਨਾਲ ਜਰਬ ਕੀਤਾ ਦੈਟ ਮੀਨਸ ਜਿਹੜੀਆਂ ਸੈਲਰੀਜ਼ ਹੈ ਉਹ 2.59 ਨਾਲ ਮਲਟੀਪਲਾਈ ਕਰਕੇ ਔਰ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਦੱਸਦਾ ਚੱਲਾਂ ਕਿ ਜਿਹੜੀ 5ਵੀਂ ਤਨਖਾਹ ਕਮਿਸ਼ਨ ਸੀ ਉਹਦੇ ਵਿੱਚ ਪੰਜਾਬ ਦਾ ਜਿਹੜਾ ਮੁਲਾਜ਼ਮ ਸੀ ਉਹਦੀ ਜਿਹੜੀ ਮਿਨੀਮਮ ਸੈਲਰੀ ਸੀ ਉਹ 6,950 ਸੀ ਔਰ ਇਹਦੇ ਨਵੀਂ ਪੇ ਕਮਿਸ਼ਨ ਨਾਲ ਜਿਹੜੀ ਘੱਟ ਤੋਂ ਘੱਟ ਸੈਲਰੀ ਹੈ ਇਹ 18,000 ਹੋ ਜਾਏਗੀ ਕੋਈ ਵੀ ਪੰਜਾਬ ਸਰਕਾਰ ਦਾ ਮੁਲਾਜ਼ਮ 18,000 ਰੁਪਏ ਜਿਹੜੇ ਬਿਲਕੁਲ ਜਿਹਨੂੰ ਗਰੁੱਪ ਡੀ ਆਪਾਂ ਕਹਿ ਦਿੰਦੇ ਆ ਉਹ ਸਟਾਰਟਿੰਗ ਪੇ ਗਰੁੱਪ ਡੀ ਦੀ 18,000 ਹੋ ਗਈ ਹੈ ਔਰ ਇਸ ਪੇ ਕਮਿਸ਼ਨ ਨਾਲ ਔਰ ਯੂਨੀਫਾਰਮ ਜਿਹੜਾ ਇੰਕਰੀਮੈਂਟ ਹੈ ਉਹ ਹਰ ਸਾਲ 3% ਇਹ ਵੀ ਸਰਕਾਰ ਨੇ ਮਨਜ਼ੂਰ ਕਰ ਲਿਆ ਔਰ ਇਹਦੇ ਆਉਣ ਨਾਲ ਜਿਹੜਾ ਸਾਨੂੰ ਸਟੇਟ ਟ੍ਰੈਜਰੀ ਤੇ ਜਿਹੜਾ ਖਰਚਾ ਵਧੂਗਾ ਇਹ 3,800 ਕਰੋੜ ਹਰ ਸਾਲ ਦਾ ਹੋਏਗਾ ਇਹਦੇ ਨਾਲ ਜਿਹੜੇ ਇਕੱਲੇ ਕਿਉਂਕਿ ਇਹਦੀ 2016 ਤੋਂ 1 ਜਨਵਰੀ ਤੋਂ ਇਹ ਇੰਪਲੀਮੈਂਟ ਕਰਨੀ ਹੈ ਇਹਦੇ ਨਾਲ ਜਿਹੜੇ ਏਰੀਅਰਸ ਹੋਣਗੇ ਸਰਕਾਰ ਦੇ ਜਿਹੜੇ ਏਰੀਅਰ ਸਾਨੂੰ ਦੇਣੇ ਪੈਣੇ ਆ ਉਹ ਵੀ ਤਕਰੀਬਨ 5588 ਕਰੋੜ ਹੋਣਗੇ ਇਹਦੇ ਨਾਲ ਜਿਹੜੇ ਜਿਹਨੂੰ ਅਲਾਊਂਸਸ ਕਹਿੰਦੇ ਜਾਂ ਭੱਤੇ ਕਹਿੰਦੇ ਆ ਭੱਤੇ ਵੀ ਜਿਹੜੇ ਆ ਉਹ ਪੇ ਕਮਿਸ਼ਨ ਨੇ ਉਹਨਾਂ ਨੂੰ ਰਿਵਾਈਜ਼ ਕਰ ਦਿੱਤਾ ਗਿਆ ਭੱਤੇ ਜਿਹੜੇ ਆ ਇਹ ਵੀ 1 ਜੁਲਾਈ ਤੋਂ ਨੋਟੀਫਾਈ ਹੋ ਜਾਣਗੇ ਪਰ ਜਿਹੜੇ ਭੱਤੇ ਹੁੰਦੇ ਆ ਇਹ ਉਸ ਦਿਨ ਤੋਂ ਲਾਗੂ ਹੁੰਦੇ ਜਿੱਦਣ ਦੀ ਇਹ ਨੋਟੀਫਾਈ ਹੁੰਦੀ ਹੈ ਇਹ 2016 ਤੋਂ ਨਹੀਂ ਇਹ ਜਿਸ ਦਿਨ ਇਨ ਦਿਸ ਕੇਸ 1 ਜੁਲਾਈ 2020 ਔਰ ਪੇ ਕਮਿਸ਼ਨ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਜਿਹੜੀ ਸਰਕਾਰ ਨੇ ਮੰਨ ਲਈ ਹੈ ਕਿ ਡੀਏ ਜਿਹੜਾ ਹੈ ਇਹ 2016 ਤੋਂ ਤੇ ਰਿਵਾਈਜ਼ ਜਿਹੜਾ ਪੇ ਸਕੇਲ ਹੈ ਇਹਦੇ ਤੇ ਡੀਏ 17% ਜਿਹੜਾ ਉਹ ਲੱਗੂਗਾ ਹਾਊਸ ਰੈਂਟ ਜਿਹੜਾ ਹੈ ਅੱਜ ਤੋਂ ਪਹਿਲਾਂ 99 ਕਰੋੜ ਹੁੰਦਾ ਸੀ ਪੇ ਕਮਿਸ਼ਨ ਦੇ ਜਿਹੜੀ ਹੁਣ ਸਿਫਾਰਿਸ਼ਾਤ ਹੈ ਇਹਦੇ ਨਾਲ ਇਹ ਤਕਰੀਬਨ 182 ਕਰੋੜ ਰੁਪਇਆ ਜਿਹਨੂੰ HRA ਕਹਿੰਦੇ ਆ ਹਾਊਸ ਰੈਂਟ ਅਲਾਊਂਸ ਉਹ ਮੁਲਾਜ਼ਮ ਜਿਨ੍ਹਾਂ ਕੋਲੇ ਸਰਕਾਰੀ ਘਰ ਹੈ ਨਹੀਂ ਉਹਨਾਂ ਨੂੰ ਹਾਊਸ ਰੈਂਟ ਅਲਾਊਂਸ ਮਿਲਦਾ ਹੈ ਉਹ ਤਕਰੀਬਨ 182 ਕਰੋੜ ਹੋ ਜਾਏਗਾ ਔਰ ਪਿਛਲੇ ਸਾਲ ਨਾਲੋਂ ਜਿਹੜਾ ਐਤਕੀ ਵੱਧ ਇਹ ਤਕਰੀਬਨ 996 ਤਕਰੀਬਨ 1000 ਕਰੋੜ ਰੁਪਇਆ ਹਾਊਸ ਰੈਂਟ ਜਿਹੜਾ ਹੈ ਇਹ ਵੀ ਆ ਜਾਏਗਾ ਇਹਦੇ ਨਾਲ ਹਾਇਰ ਐਜੂਕੇਸ਼ਨ ਅਲਾਊਂਸ ਜਿਹੜਾ ਹੈ ਕਮਿਸ਼ਨ ਨੇ ਤਾਂ ਕਿਹਾ ਸੀ ਕਿ ਜੋ ਕੋਈ ਸਰਕਾਰੀ ਡਾਕਟਰ ਹੈ ਸਰਕਾਰੀ ਮੁਲਾਜ਼ਮ ਹੈ ਕੋਈ PhD ਕਰ ਲੈਂਦੇ ਹੈ ਕੋਈ ਹੋਰ ਡਿਗਰੀਆਂ ਹਾਸਲ ਕਰਦੇ ਤਾਂ ਉਹਨਾਂ ਨੂੰ ਹਾਇਰ ਐਜੂਕੇਸ਼ਨ ਅਲਾਊਂਸ ਮਿਲਦਾ ਸੀ ਕਮਿਸ਼ਨ ਨੇ ਤਾਂ ਕਿਹਾ ਸੀ ਕਿ ਇਹ ਬੰਦ ਕਰ ਦਿੱਤਾ ਜਾਵੇ
बट सरकार ने कमीशन की उस सिफारिश नूं नहीं मन्निया और असी लंप सम जिहड़ा है हायर एजुकेशन अलाउंस वो भी सरकार ने इंट्रोड्यूस किया। ਇਹਦੇ ਨਾਲ कई महकमे ਹੁੰਦੇ ਆ ਜਿਵੇਂ ਨਹਿਰਾਂ ਦਾ महकमा है, PWD ਦਾ महकमा है, ਉਹਦੇ 'ਚ ਇੱਕ डिज़ाइन ऑफिस ਹੁੰਦੇ ਆ। बहुत सारे अफसर डिज़ाइन 'ਚ ਕੰਮ नहीं करना चाहते, ਉਹਨਾਂ ਦੇ ਅਲਾउंस ਜਿਹੜੇ ਆ ਕਮਿਸ਼ਨ ਨੇ ਡਬਲ ਕਰ ਦਿੱਤੇ ਹੈ। ਚੌਂਕੀਦਾਰਾਂ ਦਾ ਅਨਾਉਂਸ ਜਿਹੜਾ ਹੈ ਉਹ ਵੀ ਡਬਲ ਕਰ ਦਿੱਤਾ ਗਿਆ ਹੈ। ਉਹਦੇ ਨਾਲ ਡਰਾਈਵਰਸ ਪੰਜਾਬ ਦੇ ਜਿੰਨੇ ਡਰਾਈਵਰਸ ਹੈ ਉਹਨਾਂ ਦੇ ਵੀ ਅਲਾउंस ਜਿਹੜੇ ਹੈ ਇਹ ਡਬਲ ਕਰ ਦਿੱਤੇ ਗਏ ਹੈ। ਔਰ ਇਹ ਜਿਹੜਾ ਅਲਾउंसेस ਦੇ ਵਿੱਚ ਇਜ਼ਾਫਾ ਹੋਇਆ ਇਹ ਸਾਲ ਦਾ 904 ਕਰੋੜ ਰੁਪਏ ਹੋਇਆ। ਇਹਦੇ ਨਾਲ ਜਿਹੜਾ ਅਗਲਾ ਪੈਨਸ਼ਨਰਸ ਦਾ ਹੈ, ਪੈਨਸ਼ਨਰਸ ਦਾ ਵੀ ਉਹਨਾਂ ਨੇ 2.59 ਨਾਲ 2.59 ਨਾਲ ਜਰਬ ਕਰ ਦਿੱਤਾ ਹੈ। ਔਰ ਪੰਜਾਬ ਦੇ ਵਿੱਚ ਕੋਈ ਵੀ ਪੈਨਸ਼ਨਰ ਹੈ ਉਹਦੀ ਮਿਨੀਮਮ ਪੈਨਸ਼ਨ ਜਿਹੜੀ ਹੈ ਛੋਟੀ ਤੋਂ ਛੋਟੀ ਨੌਕਰੀ ਵਾਲੇ ਦੀ ਵੀ ਉਹ ਹੁਣ ਪਹਿਲਾਂ 3500 ਹੁੰਦੀ ਸੀ, 3500 ਤੋਂ ਵੱਧ ਕੇ ਹੁਣ ਇਹ 9000 ਹੋ ਜਾਏਗੀ। ਸੋ ਪੰਜਾਬ ਸਰਕਾਰ ਦਾ ਜੋ ਵੀ ਮੁਲਾਜ਼ਮ ਇਹ ਮਿਨੀਮਮ ਹੈ ਉਹਦਾ ਕਿੰਨੀ ਵੀ 9000 ਤੋਂ ਘੱਟ ਪੈਨਸ਼ਨ ਨਹੀਂ ਹੋਏਗੀ। ਔਰ ਜਿਹੜੀ ਫੈਮਿਲੀ ਪੈਨਸ਼ਨ ਹੈ ਇਹਦੇ ਵਿੱਚ ਉਹਨਾਂ ਨੇ ਇਹ ਵੀ ਕੀਤਾ ਕਿ ਕੋਈ ਡਾਈਵੋਰਸੀ ਜਿਹੜੀ ਹੈ ਜਾਂ ਜਿਹੜੀ ਵਿਡੋ ਡਾਟਰ ਹੈ, ਡਾਟਰ ਬਾਲਗ ਹੋ ਗਈ ਸੀ ਬਟ ਉਹ ਕਿਸੇ ਤਰੀਕੇ ਨਾਲ ਕੋਈ ਬਦਕਿਸਮਤੀ ਨਾਲ ਉਹ ਵਿਡੋ ਹੋ ਗਈ ਹੈ, ਉਹ ਵੀ ਪੈਨਸ਼ਨ ਦੀ ਇੰਟਾਈਟਲਮੈਂਟ ਉਹਦੇ 'ਚ ਵੀ ਆ ਜਾਏਗੀ। ਕਮਿਊਟੇਸ਼ਨ ਆਫ ਪੈਨਸ਼ਨ ਜਿਹੜੀ ਹੈ ਪਹਿਲਾਂ 30% ਹੁੰਦੀ ਸੀ, ਹੁਣ ਇਹ 40% ਤੇ ਕਰਤੀ ਹੈ। ਕੋਈ ਮੁਲਾਜ਼ਮ ਰਿਟਾਇਰਮੈਂਟ ਵੇਲੇ ਕਹਿੰਦਾ ਕਿ ਮੈਨੂੰ ਤਾਂ ਜੀ ਸਾਰੀ ਪੈਨਸ਼ਨ ਯਕਮੁਸ਼ਤ ਜਿਵੇਂ ਦੇ ਦਿਓ, ਤਾਂ 40% ਉਹ ਵਿਡਰਾਅ ਆਪਣੀ ਪੈਨਸ਼ਨ ਜਿਹੜੀ ਹੈ ਉਸ ਵੇਲੇ ਕਰ ਸਕਦਾ ਹੈ। ਡੈਥ ਕਮ ਰਿਟਾਇਰਮੈਂਟ ਗ੍ਰੈਚੁਇਟੀ ਹੈ ਇਹ 10 ਲੱਖ ਤੋਂ 20 ਲੱਖ ਹੋ ਗਈ ਹੈ, ਡਬਲ ਹੋ ਗਈ ਹੈ। ਐਕਸ ਗ੍ਰੇਸ਼ੀਆ ਜਿਹੜੀ ਹੈ ਜਿਹੜਾ ਕਿ ਇਨ ਹਾਰਨੈਸ ਕਿਸੇ EMPLOYE ਦੀ ਡੈਥ ਹੋ ਜਾਂਦੀ ਹੈ ਉਹ ਵੀ ਡਬਲ ਹੋ ਗਈ ਹੈ। ਔਰ ਜਿਹੜੀ ਡੈਥ ਕਮ ਐਕਸ ਗ੍ਰੇਸ਼ੀਆ ਤੇ ਡੈਥ ਕਮ ਜਿਹੜੀ ਗ੍ਰੈਚੁਇਟੀ ਹੈ ਇਹ ਨਵੀਂ ਪੈਨਸ਼ਨ ਸਕੀਮ ਜਿਹੜੀ ਹੈ ਉਹਦੇ ਤੇ ਵੀ ਅਸੀਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਨਵੀਂ ਪੈਨਸ਼ਨ ਸਕੀਮ ਤੇ ਵੀ ਅਸੀਂ ਇਹ ਲਾਗੂ ਕਰਾਂਗੇ। ਇਸੇ ਤਰ੍ਹਾਂ ਹੀ ਜਿਹੜਾ ਪੈਨਸ਼ਨਸ ਦਾ ਨੈਟ ਜਿਹੜਾ ਇਜ਼ਾਫਾ ਹੋਇਆ ਹੈ ਹਰ ਸਾਲ ਦਾ ਜਿਹੜਾ ਰੈਕਰਿੰਗ ਬੇਸਿਸ ਤੇ ਹੋਏਗਾ ਉਹ 3920 ਕਰੋੜ ਹੋਏਗਾ। ਸੋ ਇਹਦਾ ਮਤਲਬ ਤਕਰੀਬਨ 4000 ਕਰੋੜ। ਔਰ ਇਹਦੇ ਨਾਲ ਜਿਹੜੇ ਟੋਟਲ ਏਰੀਅਰਸ ਬਣਦੇ ਆ ਪੈਨਸ਼ਨ ਦੇ ਤੇ ਸੈਲਰੀ ਦੇ ਇਹ ਤਕਰੀਬਨ 13800 ਕਰੋੜ ਰੁਪਇਆ ਇਹ ਟੋਟਲ ਏਰੀਅਰਸ ਦਾ ਹੈਗਾ। ਇਹ 2016 ਤੋਂ ਹੁਣ ਆਪਾਂ 21 ਚਲੇ ਗਏ ਹਾਂ। ਔਰ ਮੈਂ ਤੁਹਾਡੇ ਦੱਸਣ ਵਾਲਿਆਂ ਨੂੰ ਫਿਰ ਇਹ ਦੱਸਦਾ ਕਿ ਇਹ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ 10 ਸਾਲ ਵਾਸਤੇ ਹੁੰਦੀਆਂ। 5 ਸਾਲ ਗੁਜ਼ਰ ਚੁੱਕੇ ਹੈ ਪੇ ਕਮਿਸ਼ਨ ਬੈਠੀ ਨੂੰ, ਉਹਨਾਂ ਦੀ ਰਿਪੋਰਟ ਹੁਣ ਆਈ ਹੈ। ਸੋ 5 ਸਾਲ ਦੇ ਜਿਹੜੇ ਏਰੀਅਰਸ ਦੇਣੇ ਹੈ ਉਹ 4.5 ਸਾਲਾਂ 'ਚ ਅਸੀਂ ਏਰੀਅਰਸ ਦੇ ਦਾਂਗੇ। ਜਿਹੜਾ ਹੁਣ ਇਸ ਵੇਲੇ ਰਵਾਂ ਸਾਲ ਹੈ, ਰਵਾਂ ਸਾਲ ਦੇ ਵਿੱਚ ਅਸੀਂ ਦੋ ਕਿਸ਼ਤਾਂ ਦੇ ਵਿੱਚ ਏਰੀਅਰਸ ਦੇਣੇ ਹੈ। ਤਕਰੀਬਨ 1400 ਕਰੋੜ ਹਰ 6 ਮਹੀਨਿਆਂ ਬਾਅਦ ਉਹ ਏਰੀਅਰ ਜਿਹੜੇ ਹੈ ਉਹ 4.5 ਸਾਲਾਂ ਵਿੱਚ ਅਸੀਂ ਮੁਕੰਮਲ ਕਰ ਦਾਂਗੇ। ਔਰ ਰੱਬ ਦਾ ਬੜਾ ਕਰਮ ਹੈ ਕਿ ਪੰਜਾਬ ਔਰ ਪੰਜਾਬ ਦੀ ਸਰਕਾਰ ਅੱਜ ਅਸੀਂ ਇਸ ਮੁਕਾਮ ਤੇ ਪਹੁੰਚ ਚੁੱਕੇ ਹਾਂ। ਕਿਉਂਕਿ ਜਿਸ ਵੇਲੇ ਤੁਹਾਡੇ ਸੁਣਨ ਵਾਲਿਆਂ ਨੂੰ ਕਈ ਵਾਰੀ ਯਾਦਾਸ਼ਤ ਵੀ ਘੱਟ ਹੁੰਦੀ ਹੈ, ਕਈ ਵਾਰੀ ਇਸ ਗੱਲਾਂ 'ਚ ਲੋਕਾਂ ਨੂੰ ਦਿਲਚਸਪੀ ਵੀ ਘੱਟ ਹੁੰਦੀ ਹੈ ਫਾਈਨੈਂਸਿਸ 'ਚ। ਜਿਸ ਦਿਨ ਸਰਕਾਰ ਸੰਭਾਲੀ ਸੀ 31000 ਕਰੋੜ ਦਾ ਤਾਂ CCL ਗੈਪ ਦੀ ਜਿਹੜੀ ਲਿਮਿਟ ਸੀ ਉਹਨੂੰ ਟਰਮ ਲੋਨ 'ਚ ਕਨਵਰਟ ਕਰ ਦਿੱਤਾ ਗਿਆ ਸੀ। ਔਰ 9000 ਕਰੋੜ ਦੀਆਂ ਦੇਣਦਾਰੀਆਂ ਜਿਹੜੀਆਂ ਖਜ਼ਾਨੇ 'ਚ ਪਈਆਂ ਸੀ। ਇਹਦਾ ਮਤਲਬ ਸਰਕਾਰ ਨੇ ਕੰਮ ਕਰਾ ਲਏ ਸੀ ਠੇਕੇਦਾਰਾਂ ਤੋਂ, ਲੋਕਾਂ ਦੀ ਅਦਾਇਗੀ ਨਹੀਂ ਕੀਤੀ ਸੀ। ਅੱਜ ਅਸੀਂ ਇਸ ਹਾਲਾਤ 'ਚ ਪਹੁੰਚ ਗਏ ਹਾਂ ਫਾਈਨੈਂਸ਼ੀਅਲੀ ਕਿ 31000 ਕਰੋੜ ਦਾ ਵੀ ਅਸੀਂ ਸਾਰੀ ਡੈਟ ਸਰਵਿਸਿੰਗ ਉਹ ਸਾਰੀ ਚੱਲ ਰਹੀ ਹੈ। 280 ਕਰੋੜ ਰੁਪਇਆ ਹਰ ਮਹੀਨੇ ਉਹਦਾ ਭਰੀ ਜਾਂਦੇ ਹਾਂ। ਇਸ ਤੋਂ ਇਲਾਵਾ ਜਿਹੜੀ ਦੇਣਦਾਰੀਆਂ ਟ੍ਰੈਜਰੀ ਦੇ ਵਿੱਚ ਉਹਨਾਂ ਨੂੰ ਅਸੀਂ ਜ਼ੀਰੋ ਤੇ ਲੈ ਗਏ ਹਾਂ। ਕੋਈ ਪਿਛਲੇ 2 ਸਾਲਾਂ 'ਚ ਇੱਕ ਦਿਨ ਵੀ ਸਰਕਾਰ ਓਵਰਡਰਾਫਟ 'ਚ ਨਹੀਂ ਗਈ।
सरकार ने अपना एक सिंकिंग फंड जिहड़ा है वो बना लिया। ਇਹਦਾ मतलब रिजर्व बैंक ਦੇ ਵਿੱਚ ਸਾਡੇ ਕੋਲੇ रिजर्व ਪਏ ਹੈ कोई 1800 2000 करोड़ ਦੇ, और ਇਹਦੇ ਨਾਲ 9000 करोड़ रुपया इस बजट ਦੇ ਵਿੱਚ ਅਸੀਂ ਜਿਹੜੀਆਂ पे कमीशन ਸਾਨੂੰ पता ਸੀ कि ਉਹਨਾਂ ਨੇ ਰਿਪੋर्ट मार्च 'ਚ ਦੇਣੀ ਸੀਗੀ, मार्च ਤੋਂ ਉਹ ਕਿਸੇ वजह ਨਾਲ लेट हो गए। ਅਸੀਂ 9000 करोड़ बजटेड है, और ये एरियर प्लस नवी पेंशन जी पेंशन तो अलाउंसिस तो सैलरीज जड़ियाँ ये 1 जुलाई तो असी शुरू कर देंगे। मैं असैम्बली च भी ये गल कही है, और अज एक फिर गल दोहरानी चाहना है कि परमात्मा ने पंजाब वास्ते एक खास तकदीर लिखी है। पंजाब एक मुनव्वर तकदीर रखता है, और परमात्मा पंजाब दे रस्ते दे कंडे ये आप चुग लैंदा, वरना कोई वजह नहीं है कि जेड़ा पंजाब 1947 दे विच 2 लाख तो हो गया होवे, 10 लाख बंदे दा कतलेआम होया होवे, करोड़ों बंदे हिजरत करके पाकिस्तान तो इधर गए, और वो स्टेट हिंदुस्तान का 1 नंबर का सूबा बन गया। ये परमात्मा का कर्म है। जेड़ा सूबा 1966 दे विच 2 लाख हो गया होवे, हरियाणे दे नाल फरीदाबाद गुड़गांव के इलाके उधर चले गए, हुण वो सूबा फिर तो एक बारी इंडिया का नंबर 1 सूबा बन गया। ये भी परमात्मा का खास कर्म है। और जिस सूबे ने यह जा एक काला दौर सिया दौर देखा, जिहदे 26,000 पंजाबी का कतलेआम हो गया, 8,000 पुलिस एहलकार शहीद हो गया, इत्थे चीफ इंजीनियर IAS IPS शहीद हो गए, वो सूबा अपने पैरों ते फिर खड़ा हो गया। ये भी रब का एक खास कर्म है। और जिस वेले कांग्रेस पार्टी ने कैप्टन अमरिंदर सिंह साहब ने 2017 च, और काफ़ी तुसी जेड़े तरजियाकार ते पत्रकार जेड़े अज तुसी बैठे हो, मैनू याद है जिस दिन सौं चक्की सी तुसी उत्थे सीगे, और उस दिन भी यही गल कह रहे सी कि पंजाब शायद लड़खड़ा जूगा, पर अज असी इस मुकाम ते पहुँच चुके हैं कि तकरीबन जो सिफारिशात पे कमीशन दियां सी, देनदारियां सी, पंजाब दी डिवेलपमेंट का जिहड़ा सारा सिस्टम सी, और मैं इहदा क्रेडिट जिहड़ा है एक बारी फिर पंजाब दे लोकां दी जिहड़ी अनथक मेहनत है, और जिस तरह मैं पहला ये गल अर्ज़ की कि रब ने जिहड़ी तकदीर लिखी है ये परमात्मा कराउंदा है। कई बारी सियाणे कह दिंदे कि नीतां नूं फल लग जांदे है। सो बावजूद इसते कि कोविड जिहड़ा है, कोविड ने साडे स्टेट रेवन्यूज़ नूं बहुत सारा मुतासिर किया, बावजूद इसते पंजाब जिहड़ा अज अपने पैरों ते खड़ा है। मैं जो पंजाब दे मुलाजम साडे वर्ग है, और तकरीबन 3 लाख मुलाजम, 3 लाख पेंशनर, मैं उन्हां दा रस्मी तौर पर नहीं, मैं दिली तौर पर धन्नवाद करदा कि तुसी बड़ा सबर का मुजाहरा किया। तुसी पंजाब की तरक्की दे विच एक कलीदी किरदार अदा कर रहे हो, और आने वाले समय च आपां नूं सिर नाल सिर जोड़ना पैना है, हथ नाल हथ जोड़ के। और अज तो 73 साल पहला जिन्नियां कठिनाइयां नाल ये मुल्क आपां लिया सी, और जिन्नियां कुर्बानियां नाल ये मुल्क आपां आज़ाद कराया सी, जो लोकां दियां आसां सन इस मुल्क तो वो सुपने पूरे हो सकन, वो आसां ते असी खरे उतर सकीए। ਇਹਦੇ ਲਈ मैं परमात्मा का भी दुआगो है, तो पंजाब के ਜਿਹੜੇ तमाम मुलाजिम है, छोटे तो छोटा तो वड्डे तो वड्डा, कि जे आपां सारे जने ईमानदारी नाल, नेक नीति नाल, दयानतदारी नाल आपां काम करांगे, तो ਜਿਹੜੇ ਉਹ ਬਜ਼ੁਰਗਾਂ ਦੀਆਂ ਜਿਹੜੀਆਂ ਸਾਡੀਆਂ ਕੁਰਬਾਨੀਆਂ, और ਬਜ਼ੁਰਗਾਂ ਦਾ मतलब शहीद आजम भगत सिंह और करोड़ों ऐसे गुमनाम, असी उन्हां दियां ਜਿਹੜੀਆਂ ਕੁਰਬਾਨੀਆਂ वो ज़ाया ना जान, वो एवें ना जान,
ਔਰ ਪੰਜਾਬ ਦੇਸ਼ ਦੇ ਜਿੰਨੇ ਵੀ ਸੂਬੇ ਹੈ, ਸਾਰੇ ਸੂਬਿਆਂ ਦਾ ਪੰਜਾਬ ਮੱਥੇ ਦਾ ਚੰਦ ਬਣ ਸਕੇ। ਜਿੰਨੇ ਹਿੰਦੁਸਤਾਨ ਦੇ ਸੂਬੇ ਹੈ ਉਹਨਾਂ ਚੋਂ ਪੰਜਾਬ ਜਿਹੜਾ ਸੈਰੇ ਫਰਿਸ਼ ਸੂਬਾ ਹੋਵੇ। ਔਰ ਸ਼ਾਇਦ ਤੁਹਾਡੇ ਸੁਣਨ ਵਾਲਿਆਂ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਬੜੇ ਸਾਲਾਂ ਤੋਂ ਬਾਅਦ ਅੱਜ ਜਿਹੜਾ ਪੰਜਾਬ ਦਾ ਕੈਪੀਟਲ ਐਕਸਪੈਂਡੀਚਰ ਹੈ ਅੱਜ 14,000 ਕਰੋੜ ਹੈ। ਔਰ ਸਾਡੇ ਜਿਹੜੇ ਗੁਆਂਢ ਦੇ ਸੂਬੇ ਹੈ ਹਰਿਆਣਾ, ਕਿਉਂਕਿ ਹਰਿਆਣਾ ਨੇ ਹਮੇਸ਼ਾ ਪੰਜਾਬ ਤੋਂ ਉੱਤਮ ਰਹਿੰਦੇ ਸੀ, ਹਰਿਆਣਾ ਜਿਹੜਾ ਹੈ ਉਹ 8,000 ਕਰੋੜ ਤੇ। ਬੜੇ ਸਾਲਾਂ ਬਾਅਦ ਹਰਿਆਣੇ ਨਾਲੋਂ ਪੰਜਾਬ ਦਾ ਕੈਪੀਟਲ ਐਕਸਪੈਂਡੀਚਰ ਵੱਧ ਗਿਆ, ਰੈਵਨਿਊ ਡੈਫਿਸਿਟ ਘੱਟ ਹੈ। ਸੋ ਮੈਂ ਇਹਨਾਂ ਲਫ਼ਜ਼ਾਂ ਨਾਲ ਹੀ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਇਹਨੂੰ ਖਤਮ ਕਰਦਾ। ਔਰ ਜੇ ਕਿਸੇ ਦਾ ਕੋਈ ਸਵਾਲ ਹੈ ਤਾਂ ਮੈਂ ਕੋਸ਼ਿਸ਼ ਕਰਾਂਗਾ ਉਹਦਾ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਉਹਦੀ ਮੈਂ ਜਵਾਬ ਦੇ ਸਕਾਂ। ਔਰ ਮੈਂ ਤੁਹਾਨੂੰ ਇਹ ਵੀ ਗੁਜ਼ਾਰਿਸ਼ ਕਰਾਂਗਾ ਕਿ ਮੈਨੂੰ ਕਿਸੇ ਜ਼ਰੂਰੀ ਅੱਗੇ ਕਿਸੇ ਨੂੰ ਮਿਲਣ ਜਾਣਾ, ਮੈਂ ਟਾਈਮ ਦਿੱਤਾ ਹੋਇਆ ਸੀ, ਤਾਂ ਮੈਂ ਇੰਡੀਵਿਜੂਅਲ ਪ੍ਰੈਸ ਬਾਈਟਸ ਨਾ ਕਰ ਸਕਾਂ। ਬਟ ਅੱਜ ਜਿਹੜੀ ਆ ਮੁਸ਼ਤਰਕਾ ਪ੍ਰੈਸ ਬਾਈਟ ਹੈ ਇਹਦੇ ਲਈ ਔਰ ਤੁਹਾਨੂੰ ਬੜੇ ਸ਼ਾਰਟ ਨੋਟਿਸ ਤੇ ਆਏ, ਮੈਂ तमाम ਚੰਡੀਗੜ੍ਹ ਦੀ ਪ੍ਰੈਸ ਕੋਰ ਦਾ ਬੜਾ ਮਸ਼ਕੂਰ ਤੇ ਮਮਨੂਨ ਹੈ। सर अब तो हिंदी और पंजाबी में कोई ज़्यादा फ़र्क नहीं है, बट मोटी बात यह है कि जो तनख्वाह कमीशन की सिफारिशात हैं उनको पंजाब की कैबिनेट ने मंजूर कर लिया है। और ये 1 जनवरी 2016 से लागू हो जाएंगी। और ये जो 1 जुलाई 2021 है तब से ये लागू हो जाएंगी। और नुमाया बात यह है कि जो पंजाब के जो मिनिमम पे बैंड है वो अब 18,000 रुपया फी माह है, जो कि पहले तकरीबन 6,500 पे था। और जो पेंशनर है, पेंशनर भी पहले 3500 पे था, तो अब 9,000 मिनिमम पेंशन कर दी गई है, भत्ते बढ़ा दिए गए हैं। और तकरीबन जो पंजाब के मुलाजमों की जो 16 से 21 तक का जो एरियर बनता है, जो बकाया बनता है, वो हर 6 महीने बाद 1,500 करोड़ की किस्त